ਹੈਲੋ ਸਟੂਡੈਂਟਸ, ਵੈਲਕਮ ਔਨ ਯਦੂ ਐਜੂਕੇਸ਼ਨ। ਹਾਂਜੀ, ਅਸੀਂ ਇੱਕ ਟੌਪਿਕ ਕੀਤਾ ਸੀ ਸਾਡਾ ਪਿਛਲਾ ਕਿ ਜਿਹੜਾ ਸੀਗਾ ਚੈਲੰਜਸ ਆਫ ਟੀਚਿੰਗ ਲੈਂਗੁਏਜ ਇਨ ਅ ਡਾਈਵਰਸ ਕਲਾਸਰੂਮ, ਹੈ ਨਾ। ਇੱਕ ਡਾਈਵਰਸ ਵਿਭਿੰਨਤਾਵਾਂ ਵਾਲੇ ਕਲਾਸਰੂਮ ਦੇ ਵਿੱਚ ਕੀ ਚੈਲੰਜਸ ਆਉਂਦੇ ਨੇ ਲੈਂਗੁਏਜ ਨੂੰ ਟੀਚ ਕਰਨ ਟਾਈਮ। ਤਾਂ ਉਹਦੇ ਨਾਲ ਹੀ ਰਿਲੇਟਡ ਸਾਡਾ ਅਗਲਾ ਅੱਜ ਦਾ ਟੌਪਿਕ ਹੈ ਜੀ ਲੈਂਗੁਏਜ ਡਿਫੀਕਲਟੀਜ਼। ਠੀਕ ਹੈ, ਲੈਂਗੁਏਜ ਨੂੰ ਸਿੱਖਣ ਵੇਲੇ ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ, ਤਾਂ ਉਹਦੇ ਨਾਲ ਰਿਲੇਟਡ ਹੈ ਸਾਡਾ ਟੌਪਿਕ ਅੱਜ ਦਾ। ਫਸਟ ਉਹਦੇ ਵਿੱਚ ਜੀ ਦੇਖੋ, ਲੈਕ ਆਫ ਪ੍ਰੋਪਰ ਏਮ। ਕਹਿੰਦੇ ਇੱਕ ਪ੍ਰੋਪਰ ਏਮ ਦੀ ਕਮੀ ਹੁੰਦੀ ਹੈ ਨਾ। ਕੋਈ ਵੀ ਅਸੀਂ ਪੜ੍ਹਨ ਜਾ ਰਹੇ ਹਾਂ, ਅਸੀਂ ਲੈਂਗੁਏਜ ਨੂੰ ਸਿੱਖਣਾ ਗਾ, ਅਸੀਂ ਇੰਗਲਿਸ਼ ਨੂੰ, ਤਾਂ ਉਹਦਾ ਕੀ ਹੈਗਾ, ਕੋਈ ਵੀ ਸੈਕੰਡ ਲੈਂਗੁਏਜ ਸਿੱਖਣੀ ਆ ਤਾਂ ਉਹਦਾ ਸਾਡਾ ਕੋਈ ਪ੍ਰੋਪਰ ਏਮ ਹੋਣਾ ਚਾਹੀਦਾ ਨਾ। ਪ੍ਰੋਪਰ ਏਮ ਦੀ ਕਮੀ ਹੋਣ ਕਾਰਨ ਹੀ ਕੀ ਹੈਗਾ, ਸਾਡਾ ਮਤਲਬ ਜੋ ਵੀ ਲੈਂਗੁਏਜ ਨੂੰ ਅਸੀਂ ਸਿੱਖਣਾ ਉਹਦੇ ਵਿੱਚੋਂ ਕੀ ਹੈਗਾ ਫਿਰ ਕਮੀ ਰਹਿ ਜਾਂਦੀ ਹੈਗੀ। ਤਾਂ ਇਹ ਇੱਕ ਡਿਫੀਕਲਟੀ ਪੈਦਾ ਹੁੰਦੀ ਹੈਗੀ ਜਦੋਂ ਸਾਡਾ ਕੋਈ ਸਹੀ ਉਦੇਸ਼ ਨਹੀਂ ਹੁੰਦਾ ਗਾ ਸਿੱਖਣ ਦਾ। ਠੀਕ ਹੈ, ਨੈਕਸਟ ਹੈ ਕੰਡੀਸ਼ਨ ਆਫ ਕਲਾਸਿਸ। ਹਾਂਜੀ, ਕਲਾਸਿਸ ਦੀ ਕੰਡੀਸ਼ਨ ਬਹੁਤ ਮੈਟਰ ਕਰਦੀ ਹੈਗੀ। ਠੀਕ ਹੈ, ਜਿਵੇਂ ਹੁਣ ਕਲਾਸਰੂਮ ਦੇ ਵਿੱਚ ਹੈਗਾ ਤਾਂ ਕੀ ਹੈਗਾ, ਕਈ ਕਲਾਸਰੂਮ ਓਵਰ ਕਰਾਊਡਡ ਕਲਾਸਰੂਮਸ ਹੁੰਦੇ ਨੇਗੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੁੰਦੀ ਆ। ਠੀਕ ਹੈ, ਤਾਂ ਉਹਦੇ ਵਿੱਚ ਕੀ ਹੁੰਦਾ ਗਾ ਵੀ ਬੱਚੇ ਨੂੰ ਦਿੱਕਤ ਪੈਦਾ ਹੁੰਦੀ ਹੈਗੀ ਸਿੱਖਣ ਦੇ ਵਿੱਚ ਵੀ, ਅਤੇ ਸਿਖਾਉਣ ਵਾਲੇ ਟੀਚਰ ਨੂੰ ਵੀ ਦਿੱਕਤ ਪੈਦਾ ਹੁੰਦੀ ਹੈਗੀ। ਤਾਂ ਬਹੁਤ ਜ਼ਿਆਦਾ ਮਤਲਬ ਨਹੀਂ ਤਾਂ ਇਕੱਲੇ ਬੱਚੇ 'ਤੇ ਧਿਆਨ ਵੀ ਨਹੀਂ ਦਿੱਤਾ ਜਾ ਸਕਦਾ ਹੈਗਾ ਜਦੋਂ 50-60 ਬੱਚੇ ਇੱਕ ਕਲਾਸਰੂਮ ਦੇ ਵਿੱਚ ਬੈਠੇ ਨੇ, ਬਹੁਤ ਜ਼ਿਆਦਾ ਓਵਰ ਕਰਾਊਡਡ ਹੈ ਨਾ ਕਲਾਸਰੂਮ। ਤਾਂ ਉੱਥੇ ਕੀ ਹੈਗਾ, ਇੰਡੀਵਿਜੂਅਲੀ ਕਿਸੇ 'ਤੇ ਵੀ ਧਿਆਨ ਨਹੀਂ ਦਿੱਤਾ ਜਾ ਸਕਦਾ, ਕਿਸੇ ਦੀਆਂ ਕਮੀਆਂ ਨੂੰ ਮਤਲਬ ਦੂਰ ਕਰਨ ਦਾ ਜਿਹੜਾ ਹੈਗਾ ਉਹ ਨਹੀਂ ਕੀਤਾ ਜਾ ਸਕਦਾ ਹੈਗਾ ਕਿਉਂਕਿ ਸਟਰੈਂਥ ਹੀ ਇੰਨੀ ਜ਼ਿਆਦਾ ਹੈਗੀ ਕਲਾਸਿਸ ਦੀ। ਠੀਕ ਹੈ, ਸੈਕਿੰਡ ਹੈ ਸ਼ਾਰਟੇਜ ਆਫ ਬਿਲਡਿੰਗਸ। ਕਹਿੰਦੇ ਬਿਲਡਿੰਗਸ ਦੀ ਕਮੀ ਹੋਣ ਦੇ ਕਾਰਨ ਜਿਹੜੀ ਹੈਗੀ ਹੈ, ਮਤਲਬ ਕਿ ਜਦੋਂ ਸਕੂਲ ਦੀ ਬਿਲਡਿੰਗ ਹੀ ਕਈ ਤਾਂ ਆਪਾਂ ਜ਼ਿਆਦਾ ਰਿਮੋਟ ਏਰੀਆਜ਼ ਹੁੰਦੇ ਨੇ ਜਾਂ ਵਿਲੇਜਸ ਦੇ ਵਿੱਚ ਮੋਸਟਲੀ ਵੇਖਦੇ ਹਾਂ ਕੀ ਹੁੰਦਾ ਕਿ ਸਕੂਲਾਂ ਦੀ ਕਮੀ ਹੁੰਦੀ ਹੈ, ਬਿਲਡਿੰਗ ਘੱਟ ਹੁੰਦੀ ਹੈ ਨਾ, 5-4 ਰੂਮਸ ਵਾਲਾ ਹੀ ਹੁੰਦਾ ਸਕੂਲ, ਜਾਂ ਕਿਤੇ ਤਾਂ ਇਹ ਵੀ ਹੁੰਦਾ ਕਿ 1-2 ਰੂਮਸ ਹੀ ਨੇਗੇ, ਜਾਂ ਕੋਈ ਆਂਗਣਵਾੜੀ ਦੇ ਵਿੱਚ ਹੀ ਜਿਹੜਾ ਹੈਗਾ ਗਾ ਪ੍ਰਾਇਮਰੀ ਸਕੂਲ ਚੱਲ ਰਹੇ ਹੁੰਦੇ ਨੇ। ਤਾਂ ਉਹਦਾ ਮਤਲਬ ਕੀ ਹੈਗੀ ਕਿ ਬਿਲਡਿੰਗਸ ਜਿਹੜੀ ਸਕੂਲ ਬਿਲਡਿੰਗਸ ਹੁੰਦੀਆਂ ਨੇਗੀਆਂ ਉਹਨਾਂ ਦੀ ਕਮੀ ਹੁੰਦੀ ਆ। ਥਰਡ ਹੈ ਜੀ ਲੈਕ ਆਫ ਫਰਨੀਚਰ। ਸਕੂਲਸ ਦੇ ਵਿੱਚ ਫਰਨੀਚਰ ਦੀ ਕਮੀ ਹੁੰਦੀ ਹੈਗੀ, ਤਾਂ ਇਹਦੇ ਵਜ੍ਹਾ ਨਾਲ ਕੀ ਹੈਗਾ ਸਿੱਖਣ ਦਾ ਵੀ ਉਹ ਮਾਹੌਲ ਨਹੀਂ ਬਣ ਸਕਦਾ, ਸਿਖਾਉਣ ਦਾ ਵੀ ਨਹੀਂ ਬਣ ਸਕਦਾ। ਤਾਂ ਬੱਚੇ ਦਾ ਕੀ ਇੰਟਰਸਟ ਨਹੀਂ ਪੈਦਾ ਹੋਊਗਾ ਉਸ ਚੀਜ਼ ਦੇ ਵਿੱਚ ਜਦੋਂ ਇਹ ਸਾਰੀਆਂ ਕਮੀਆਂ ਉਹਨੂੰ ਕਲਾਸਰੂਮ ਦੀ ਕੰਡੀਸ਼ਨਸ ਦੇ ਅਕੋਰਡਿੰਗ ਉਹਨੂੰ ਮਿਲਣਗੀਆਂ। ਠੀਕ ਹੈ, ਨੈਕਸਟ ਹੈ ਜੀ ਪਲੇਸ ਆਫ ਇੰਗਲਿਸ਼ ਇਨ ਸਕੂਲ ਕਰੀਕੂਲਮ। ਹਾਂਜੀ, ਸਕੂਲ ਦੇ ਕਰੀਕੂਲਮ ਦੇ ਵਿੱਚ ਪਾਠਕ੍ਰਮ ਦੇ ਵਿੱਚ ਇੰਗਲਿਸ਼ ਦੀ ਕੀ ਪਲੇਸ ਹੈ, ਅੱਜ ਤੱਕ ਇਹੋ ਡਿਫਾਈਨ ਨਹੀਂ ਹੋ ਪਾਈ ਹੈਗੀ। ਠੀਕ ਹੈ, ਤਾਂ ਕੀ ਹੈਗਾ ਕਈ ਸਬਜੈਕਟ ਇੰਗਲਿਸ਼ ਨੂੰ ਇੱਕ ਕੰਪਲਸਰੀ ਸਬਜੈਕਟ ਦੇ ਤੌਰ 'ਤੇ ਮੰਨਿਆ ਜਾਂਦਾ ਗਾ। ਇਹ ਨਹੀਂ ਹੈਗਾ ਪਤਾ ਕਿ ਕਿਹੜੀ ਕਲਾਸ ਤੱਕ ਇੰਗਲਿਸ਼ ਹੈ ਜਿਹੜਾ ਉਹ ਕੰਪਲਸਰੀ ਸਬਜੈਕਟ ਆ, ਕਿਸ ਕਲਾਸ ਤੱਕ ਹੈ ਜਿਹੜਾ ਇਹ ਮਤਲਬ ਕਿ ਆਪਾਂ ਆਪਣੀ ਇੱਛਾ ਨਾਲ ਲੈ ਸਕਦੇ ਹਾਂ, ਹੈ ਨਾ। ਤਾਂ ਇਹਦੀ ਕੋਈ ਜਿਹੜੀ ਇੰਗਲਿਸ਼ ਦੀ ਇੱਕ ਸਬਜੈਕਟ ਹੈਗਾ ਇਹਦਾ ਸਾਡੇ ਕਰੀਕੂਲਮ ਦੇ ਵਿੱਚ ਸਹੀ ਪਲੇਸ ਨਹੀਂ ਪਤਾ ਲੱਗੀ ਆ ਵੀ ਕਿਹੜੀਆਂ ਕਲਾਸਾਂ ਦੇ ਵਿੱਚ ਇਹਨੂੰ ਸਬਜੈਕਟ ਕੰਪਲਸਰੀ ਮੰਨਿਆ ਜਾਵੇ। ਕਈ ਹੁੰਦਾ ਗਾ ਜਿੱਦਾਂ ਵੀ ਮਤਲਬ ਗ੍ਰੈਜੂਏਸ਼ਨ ਦੇ ਡਿਊਰਿੰਗ 3 ਸਾਲਾਂ ਦੇ ਵਿੱਚੋਂ 1 ਸਾਲ ਇੰਗਲਿਸ਼ ਜ਼ਰੂਰੀ ਹੈਗੀ, ਕਈ ਇਹੋ ਜਿਹੇ ਸਟੇਟਸ ਹੈਗੇ ਨੇ ਜਿੱਥੇ 3 ਸਾਲ ਜ਼ਰੂਰੀ ਹੈ। ਠੀਕ ਹੈ, ਤਾਂ ਇਹਦਾ ਕੋਈ ਮਤਲਬ ਫਾਈਨਲ ਅਜੇ ਤੱਕ ਨਹੀਂ ਹੋਇਆ ਜਿਹਦੇ ਕਾਰਨ ਕੀ ਸਾਨੂੰ ਇੰਗਲਿਸ਼ ਸਿੱਖਣ ਦੇ ਵਿੱਚ ਦਿੱਕਤ ਆਉਂਦੀ ਹੈਗੀ। ਠੀਕ ਹੈ, ਨੈਕਸਟ ਹੈ ਯੂਜ਼ ਆਫ ਟਰੈਡੀਸ਼ਨਲ ਮੈਥਡ। ਹਾਂਜੀ, ਟਰੈਡੀਸ਼ਨਲ ਮੈਥਡ ਦਾ ਯੂਜ਼ ਬਹੁਤ ਜ਼ਿਆਦਾ ਕੀਤਾ ਜਾਂਦਾ ਗਾ ਜਿਹਦੇ ਵਿੱਚ ਕੀ ਹੈ ਰੂਲਸ 'ਤੇ ਹੀ ਜ਼ਿਆਦਾ ਫੋਕਸ ਕੀਤਾ ਜਾਂਦਾ ਗਾ। ਪਹਿਲਾਂ ਰੂਲ ਦੱਸਦੇ ਫਿਰ ਉਹਦੀ ਐਗਜ਼ਾਮਪਲਸ ਦਿੱਤੀਆਂ ਨੇ, ਜਾਂ ਕੀ ਹੈਗਾ ਟਰੈਡੀਸ਼ਨਲ ਮੈਥਡ ਦੇ ਵਿੱਚ ਆ ਜਾਂਦਾ ਕਿ ਟਰਾਂਸਲੇਸ਼ਨ ਮੈਥਡ ਹੈ ਨਾ, ਇਹ ਟਰਾਂਸਲੇਟ ਕਰਕੇ ਅਸੀਂ ਇੰਗਲਿਸ਼ ਵੀ ਪੜ੍ਹਾ ਰਹੇ ਹਾਂ ਜਦੋਂ, ਤਾਂ ਉਦੋਂ ਵੀ ਉਹਨਾਂ ਨੂੰ ਟਰਾਂਸਲੇਸ਼ਨ ਦੇ ਥਰੂ ਬੱਚਿਆਂ ਨੂੰ ਸਿਖਾਇਆ ਜਾ ਰਿਹਾ। ਤਾਂ ਕੀ ਹੈਗਾ ਮਤਲਬ ਉਹਨਾਂ ਦੀ ਮਦਰ ਟੰਗ ਦੇ ਵਿੱਚ ਪੜ੍ਹਾਇਆ ਜਾ ਰਿਹਾ, ਜਦ ਕਿ ਹੋਣਾ ਕੀ ਚਾਹੁੰਦਾ ਵੀ ਜਿਹੜਾ ਅਸੀਂ ਟਾਰਗੇਟ ਲੈਂਗੁਏਜ ਨੂੰ ਸਿਖਾ ਰਹੇ ਹਾਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਯੂਜ਼ ਵੀ ਜਿਹੜੀ ਹੈਗੀ ਟਾਰਗੇਟ ਲੈਂਗੁਏਜ ਨੂੰ ਹੀ ਕੀਤਾ ਜਾਵੇ। ਬਟ ਇਹ ਟਰੈਡੀਸ਼ਨਲ ਮੈਥਡ ਹੋਣ ਕਾਰਨ ਵੀ ਕੀ ਹੈ ਇੰਗਲਿਸ਼ ਨੂੰ ਸਿਖਾਉਣ ਦੇ ਵਿੱਚ ਡਿਫੀਕਲਟੀ ਆਉਂਦੀਆਂ ਨੇਗੀਆਂ। ਨੈਕਸਟ ਹੈ ਜੀ ਲੋ ਸਟੈਂਡਰਡ ਆਫ ਟੈਕਸਟ ਬੁੱਕਸ। ਜਿਹੜੀਆਂ ਸਾਡੀਆਂ ਟੈਕਸਟ ਬੁੱਕਸ ਹੁੰਦੀਆਂ ਨੇਗੀਆਂ ਇਹਨਾਂ ਦਾ ਸਟੈਂਡਰਡ ਵੀ ਕਹਿੰਦੇ ਲੋ ਹੁੰਦਾ ਜਿਹੜਾ, ਹੈ ਨਾ, ਮਤਲਬ ਘੱਟ ਲੈਵਲ ਦੀਆਂ ਹੁੰਦੀਆਂ ਨੇਗੀਆਂ, ਨਾ ਵਧੀਆ ਹਾਈ ਲੈਵਲ ਦੀਆਂ ਨਹੀਂ ਹੁੰਦੀਆਂ ਜਿੰਨੀਆਂ ਹੋਣੀਆਂ ਚਾਹੀਦੀਆਂ ਨੇ। ਜਿਸ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਟੈਕਸਟ ਬੁੱਕਸ ਜਿਹੜੀਆਂ ਮੋਸਟਲੀ ਕੀ ਹੁੰਦੀਆਂ ਨੇ ਪੋਲੀਟਿਕਸ ਤੋਂ ਵੀ ਪ੍ਰਭਾਵਿਤ ਹੁੰਦੀਆਂ ਨੇ, ਹੈ ਨਾ। ਪੋਲੀਟਿਕਸ ਤੋਂ ਕਿਵੇਂ ਕਹਿ ਸਕਦੇ ਹਾਂ ਅਸੀਂ, ਜਿਸ ਤਰ੍ਹਾਂ ਨਾਲ ਜਿਹੜੀ ਸਟੇਟ ਦੇ ਵਿੱਚ ਜਿਹੜੀ ਵੀ ਸਰਕਾਰ ਚੱਲ ਰਹੀ ਹੈਗੀ, ਠੀਕ ਹੈ, ਤਾਂ ਉਹ ਕੀ ਹੁੰਦਾ ਗਾ ਉਹ ਆਪਣੇ ਅਕੋਰਡਿੰਗ, ਠੀਕ ਹੈ, ਜਿੱਧਰ ਉਹਦਾ ਝੁਕਾਅ ਜ਼ਿਆਦਾ ਹੈਗਾ ਤਾਂ ਉਹਦੇ ਅਕੋਰਡਿੰਗ ਹੀ ਜਿਹੜਾ ਹੈਗਾ ਸਿਲੇਬਸ ਆਪਣਾ ਕਲਾਸਿਸ ਦੇ ਵਿੱਚ ਹੈ ਨਾ ਸਕੂਲਾਂ ਦੇ ਵਿੱਚ ਉਹ ਪ੍ਰੋਵਾਈਡ ਕਰਵਾਇਆ ਜਾਊਗਾ। ਟੈਕਸਟ ਬੁੱਕ ਵੀ ਉੱਦਾਂ ਦੀਆਂ ਆਪਾਂ ਨੂੰ ਇੰਪਰੈਸ਼ਨ ਦੇਖਣ ਨੂੰ ਪਵੇਗਾ, ਉਹਨਾਂ ਦਾ ਮਿਲੇਗਾ ਵੀ ਕਿਹੜੇ ਉਹਨਾਂ ਦੀ ਸੋਚ ਦੇ ਮੁਤਾਬਕ ਚੱਲ ਰਹੇ ਨੇ। ਠੀਕ ਹੈ, ਜਿਸ ਤਰ੍ਹਾਂ ਨਾਲ ਆਪਾਂ ਦੇਖਦੇ ਵੀ ਜਿਹੜੀ ਸਰਕਾਰ ਆਵੇਗੀ ਉਹਦੇ ਨਾਲ ਆਪਣੀ ਸੋਚ ਦੇ ਨਾਲ ਰਿਲੇਟਡ ਕੁਛ ਨਾ ਕੁਛ ਟੌਪਿਕ ਜਿਹੜਾ ਹੈਗਾ ਚੇਂਜ ਹੋਊਗਾ।
ਤਾਂ ਜਦੋਂ ਕਰਿਕੂਲਮ ਚੇਂਜ ਕੀਤਾ ਜਾਂਦਾ, ਸਿਲੇਬਸ ਚੇਂਜ ਕੀਤਾ ਜਾਂਦਾ, ਤਾਂ ਉਹਨਾਂ ਦੇ ਮਤਲਬ ਟੈਕਸਟ ਬੁੱਕ ਦਾ ਲੈਵਲ ਆ ਜਿਹੜਾ ਉਹ ਮਤਲਬ ਇਹ ਨਹੀਂ ਹੈਗਾ ਕਿ ਬੱਚੇ ਦੀ ਸੋਚ ਦੇ ਅਕੋਰਡਿੰਗ ਨਹੀਂ ਹੁੰਦਾ ਕਿ ਬੱਚੇ ਦੇ ਲੈਵਲ ਦੇ ਅਕੋਰਡਿੰਗ ਕੀਤਾ ਜਾਵੇ, ਤਾਂ ਮਤਲਬ ਅਦਰ ਸੋਰਸਿਸ ਨੂੰ ਧਿਆਨ ਵਿੱਚ ਰੱਖ ਕੇ ਜਿਹੜਾ ਟੈਕਸਟ ਬੁੱਕ ਨੇਗੇ ਉਹਨਾਂ ਦਾ ਸਿਲੇਬਸ ਵਗੈਰਾ ਜੋ ਪ੍ਰਪੇਅਰ ਕੀਤਾ ਜਾਂਦਾ। ਨੈਕਸਟ ਹੈ ਲੈਸ ਯੂਜ਼ ਆਫ ਆਡੀਓ ਵਿਜ਼ੂਅਲ ਏਡਸ। ਕਹਿੰਦੇ ਜਿਹੜੇ ਆਡੀਓ ਵਿਜ਼ੂਅਲ ਏਡਸ ਹੁੰਦੇ ਨੇਗੇ ਇਹਨਾਂ ਦੀ ਯੂਜ਼ ਬਹੁਤ ਘੱਟ ਕੀਤਾ ਜਾਂਦਾ ਕਲਾਸਰੂਮ ਦੇ ਵਿੱਚ, ਹੈ ਨਾ। ਕਲਾਸਰੂਮ ਦੇ ਵਿੱਚ ਇਹਨਾਂ ਦਾ ਨਾ ਮਾਤਰੀ ਹੁੰਦਾ ਗਾ। ਅਸੀਂ ਅੱਜ ਕੱਲ੍ਹ ਬਹੁਤ ਚਲੋ ਠੀਕ ਹੈ ਵੀ ਥੋੜ੍ਹੇ ਬਹੁਤ ਸਕੂਲ ਹੁਣ ਕੀ ਹੈਗਾ ਸਮਾਰਟ ਕਲਾਸਿਸ ਚੱਲਣ ਲੱਗ ਗਈਆਂ ਨੇ, ਉਹਨਾਂ ਨਾਲ ਜਿਹੜਾ ਆਡੀਓ ਵਿਜ਼ੂਅਲ ਏਡਸ ਨੇ ਉਹ ਯੂਜ਼ ਕੀਤੇ ਜਾਣ ਲੱਗੇ ਨੇ, ਬਟ ਕੀ ਹੈਗਾ ਫਿਰ ਵੀ ਇਹਨਾਂ ਦੀ ਯੂਜ਼ ਬਹੁਤ ਘੱਟ ਹੈਗਾ, ਠੀਕ ਹੈ। ਤਾਂ ਜਿਹੜਾ ਇਹ ਵਾਲਾ ਘੱਟ ਯੂਜ਼ ਕੀਤਾ ਜਾਂਦਾ ਗਾ ਜਦੋਂ ਇਹਨਾਂ ਦਾ, ਫਿਰ ਇਹਦੇ ਨਾਲ ਜੇ ਬੱਚੇ ਨੂੰ ਆਪਾਂ ਇੰਗਲਿਸ਼ ਹੀ ਸਿਖਾਉਣੀ ਹੈ, ਠੀਕ ਹੈ, ਸਾਡੀ ਟਾਰਗੇਟ ਲੈਂਗੁਏਜ ਮੰਨ ਇੰਗਲਿਸ਼, ਠੀਕ ਹੈ, ਸੈਕੰਡ ਲੈਂਗੁਏਜ ਸਿਖਾਉਣੀ ਆ ਅਸੀਂ, ਤਾਂ ਜੇ ਉਹਦੇ ਵਿੱਚ ਅਸੀਂ ਬੱਚੇ ਨੂੰ ਜਦੋਂ ਉਹ ਇੰਗਲਿਸ਼ ਬੋਲਣ ਦੇ ਵਿੱਚ ਦਿੱਕਤ ਆ, ਜਦੋਂ ਅਸੀਂ ਆਡੀਓ ਏਡਸ ਦੀ ਹੈਲਪ ਨਾਲ ਉਹਨਾਂ ਨੂੰ ਕੋਈ ਸੁਣਨ ਵਾਲੇ ਨਾ ਗ੍ਰਾਮੋਫੋਨ ਵਗੈਰਾ ਮਾਈਕ੍ਰੋਫੋਨ ਦੇਵਾਂਗੇ ਸੁਣਨ ਲਈ, ਤਾਂ ਉਹਦੇ ਨਾਲ ਇੰਗਲਿਸ਼ ਉਹਨਾਂ ਦੀ ਬੈਟਰ ਹੋਊਗੀ। ਜੇ ਵਿਜ਼ੂਅਲ ਏਡਸ ਨੇਗੇ ਉਹ ਦੇਖਣ ਵਾਲੇ ਏਡਸ ਯੂਜ਼ ਕਰਨਗੇ ਆਡੀਓ ਵਿਜ਼ੂਅਲ ਏਡਸ, ਤਾਂ ਉਹਨਾਂ ਨਾਲ ਕੀ ਹੈਗਾ ਜ਼ਿਆਦਾ ਆਸਾਨੀ ਨਾਲ ਸਿੱਖ ਪਾਉਣਗੇ। ਜਿਹੜੀ ਚੀਜ਼ ਤੇ ਉਹ ਰੱਟਾ ਮਾਰ ਕੇ ਸਿੱਖ ਰਹੇ ਨੇਗੇ, ਲਿਖੇ ਹੋਏ ਨੂੰ ਪੜ੍ਹ ਕੇ ਸਿੱਖ ਰਹੇ ਨੇ, ਉਹਨੂੰ ਜਦੋਂ ਆਪਣੇ ਅੱਖੀਂ ਵੇਖਣਗੇ ਕੰਨਾਂ ਨਾਲ ਸੁਣਨਗੇ ਤਾਂ ਉਹਨੂੰ ਜ਼ਿਆਦਾ ਆਸਾਨੀ ਨਾਲ ਕੀ ਹੈ ਬੱਚਾ ਸਿੱਖ ਸਕੂਗਾ। ਨੈਕਸਟ ਹੈ ਲੈਕ ਆਫ ਇਫੈਕਟਿਵ ਟੀਚਰਸ। ਹਾਂਜੀ, ਇਫੈਕਟਿਵ ਟੀਚਰਸ ਦੀ ਕਮੀ ਹੁੰਦੀ ਹੈਗੀ। ਕਹਿੰਦੇ ਕਈ ਟੀਚਰਸ ਇਹਦੇ ਵਿੱਚ ਕੀ ਦੇਖਿਆ ਜਾਂਦਾ ਗਾ, ਮੋਸਟਲੀ ਕੀ ਹੁੰਦਾ ਕਿ ਲੈਂਗੁਏਜ ਦੇ ਟੀਚਰ ਘੱਟ ਰੱਖੇ ਜਾਂਦੇ ਨੇ ਜਾਂ ਉਹਨਾਂ ਨੂੰ ਹੋਰ ਸਬਜੈਕਟ ਦੇ ਦਿੱਤੇ ਜਾਂਦੇ ਨੇ। ਤਾਂ ਇੱਕ ਟੀਚਰ ਜਿਸ ਤਰ੍ਹਾਂ ਨਾਲ ਇੰਗਲਿਸ਼ ਦਾ ਟੀਚਰ ਹੈਗਾ ਬਟ ਉਹਨੂੰ ਸਬਜੈਕਟ ਕੋਈ SST ਦਿੱਤਾ ਪਿਆ ਜਾਂ SST ਦੇ ਟੀਚਰ ਨੂੰ ਇੰਗਲਿਸ਼ ਦੇ ਰੱਖੀ ਹੈਗੀ, ਤਾਂ ਇਹਦੇ ਕੀ ਉਹ ਆਪਣੇ ਸਬਜੈਕਟ ਦੇ ਵਿੱਚ ਪਰਫੈਕਟ ਤਾਂ ਨਹੀਂ ਆ। ਜਿਹੜੇ ਸਬਜੈਕਟ ਦੇ ਵਿੱਚ ਜਿਸ ਟੀਚਰ ਦੀ ਮਾਸਟਰੀ ਆ ਉਹਨੂੰ ਉਸੇ ਸਬਜੈਕਟ ਦੇ ਵਿੱਚ ਹੀ ਲਗਾਉਣਾ ਚਾਹੀਦਾ ਗਾ। ਬਟ ਹੁੰਦਾ ਕੀ ਹੈਗਾ ਕਿ ਅਲੱਗ-ਅਲੱਗ ਸਬਜੈਕਟਸ ਵੀ ਪੜ੍ਹਾ ਰਹੇ ਹੁੰਦੇ ਨੇ ਟੀਚਰ, ਉਹਨਾਂ ਨੂੰ ਦੇ ਦਿੱਤੇ ਜਾਂਦੇ ਨੇ। ਤਾਂ ਇੱਕ ਹੋਰ ਕੀ ਦੇਖਦੇ ਹਾਂ, ਜਿੱਦਾਂ ਆਪਣੇ ਕੁਆਲੀਫਿਕੇਸ਼ਨ ਟੈਸਟ ਹੁੰਦੇ ਨੇ, ਕੰਪੀਟੀਟਿਵ ਐਗਜ਼ਾਮਸ ਹੁੰਦੇ ਨੇ, ਤਾਂ ਉਹਨਾਂ ਵਿੱਚ ਜਿਹੜਾ ਟੀਚਰ ਉਹਨਾਂ ਨੇ ਆਪਣਾ ਜਿਹੜਾ ਚੁਣਿਆ ਹੋਇਆ ਹੈਗਾ ਸਬਜੈਕਟ, ਠੀਕ ਹੈ, ਲੱਗਣਾ, ਤਾਂ ਉਹਦੇ ਅਕੋਰਡਿੰਗ ਨਹੀਂ ਦੇਖਿਆ ਜਾਂਦਾ ਕਿ ਉਹਦੇ ਵਿੱਚ ਉਹਨਾਂ ਦੀ ਕੀ ਪਰਫੋਰਮੈਂਸ ਰਹੀ ਹੈ, ਵਧੀਆ ਸੀ ਜਾਂ ਕਿਵੇਂ ਸੀ, ਬਟ ਉਹਨਾਂ ਨੂੰ ਓਵਰਆਲ ਦੇਖਿਆ ਜਾਂਦਾ। ਤਾਂ ਓਵਰਆਲ ਕੀ ਹੈ, GK ਵੀ ਆ ਜਾਂਦੇ, ਰੀਜ਼ਨਿੰਗ ਵਗੈਰਾ ਜੋ ਵੀ ਆ ਜਾਂਦੇ ਨੇ, ਤਾਂ ਉਹਨਾਂ ਦਾ ਓਵਰਆਲ ਜੇ ਤਾਂ ਇੱਕ ਇੰਗਲਿਸ਼ ਵਾਲੇ ਟੀਚਰ ਨੂੰ ਦੇਖਿਆ ਜਾਵੇ ਤਾਂ ਹੋ ਸਕਦਾ ਕਿ ਉਹਨਾਂ ਦੇ ਇੰਗਲਿਸ਼ ਦੇ ਵਿੱਚੋਂ 30 ਦੇ ਵਿੱਚੋਂ 15 ਮਾਰਕਸ ਹੀ ਹੋਣ, ਹੈ ਨਾ, ਕੋਈ ਵੀ ਆ ਜਿਹੜਾ ਅਦਰ ਟੀਚਰ ਦੀ ਗੱਲ ਕਰ ਰਹੇ ਆ। ਬਟ ਜਿਹੜੇ ਉਹਦੇ ਬਾਕੀ ਸਬਜੈਕਟਸ ਹੁੰਦੇ ਨੇਗੇ ਉਹਦੇ ਵਿੱਚ ਤਾਂ ਉਹਨਾਂ ਦੇ ਵਿੱਚੋਂ ਵਧੀਆ ਮਾਰਕਸ ਲੈ ਜਾਂਦਾ, ਤਾਂ ਉਹਨਾਂ ਦੇ 150 ਦੇ ਵਿੱਚ 120 ਆ ਜਾਂਦੇ ਨੇ, ਠੀਕ ਹੈ। ਤਾਂ ਇੱਧਰੋਂ ਜਿਹੜਾ ਇੰਗਲਿਸ਼ ਦਾ ਮਾਸਟਰੀ ਕੀਤੀ ਹੋਈ ਹੈ ਜਿਨ੍ਹਾਂ ਨੇ, ਤਾਂ ਉਹਨਾਂ ਦੇ ਹੋ ਸਕਦਾ 30 ਦੇ ਵਿੱਚੋਂ 29 28 ਟੀਚਰ ਲੈ ਰਹੇ ਨੇਗੇ ਮਾਰਕਸ, ਹੈ ਨਾ, ਤਾਂ ਬਾਕੀਆਂ ਦੇ ਵਿੱਚੋਂ ਘੱਟ ਜਾਂਦੇ ਨੇ ਜਦੋਂ, ਤਾਂ ਉਹ ਹੋ ਸਕਦਾ ਕਿ 90 ਪਲੱਸ ਤੱਕ ਚੱਲ ਰਹਿ ਜਾਣ। ਤਾਂ ਇਹਦੇ ਵਿੱਚ ਕੀ ਹੈਗਾ, ਪ੍ਰੈਫਰ ਤਾਂ ਇਹਨਾਂ ਨੂੰ 120 ਵਾਲਿਆਂ ਨੂੰ ਕੀਤਾ ਜਾਊਗਾ, ਬਟ ਆਪਾਂ ਦੇਖ ਕੇ ਗਏ ਕਿ ਉਹਨਾਂ ਦੀ ਇੰਗਲਿਸ਼ ਤਾਂ ਨਹੀਂ ਹੈ ਨਹੀਂ, ਜਦੋਂ ਕਿ ਸਬਜੈਕਟ ਉਹਨਾਂ ਨੇ ਜਾ ਕੇ ਅੱਗੇ ਜੇ ਇੰਗਲਿਸ਼ ਪੜ੍ਹਾਉਣਾਗਾ, ਤਾਂ ਜਦੋਂ ਉਹਨਾਂ ਦੇ ਉਹਦੇ ਵਿੱਚ ਇੰਨੀ ਮਾਸਟਰੀ ਨਹੀਂ ਹੈਗੀ ਆ, ਤਾਂ ਫਿਰ ਉਹ ਇਫੈਕਟਿਵ ਟੀਚਿੰਗ ਵੀ ਨਹੀਂ ਕਰਵਾ ਸਕਣਗੇ। ਤਾਂ ਇਹਦਾ ਮਤਲਬ ਹੈ ਕਿ ਇਫੈਕਟਿਵ ਟੀਚਰਸ ਦੀ ਵੀ ਘਾਟ ਹੁੰਦੀ ਹੈਗੀ, ਅਤੇ ਉਹਨਾਂ ਨੂੰ ਮਤਲਬ ਜਿਹੜਾ ਇਹ ਨਹੀਂ ਹੈਗਾ ਕਿ ਇੰਗਲਿਸ਼ ਦਾ ਟੀਚਰ ਤਾਂ ਇੰਗਲਿਸ਼ ਦਾ ਕੰਮ ਹੀ ਕਰਵਾਇਆ ਜਾਵੇ। SST ਵਾਲਿਆਂ ਨੂੰ ਕੀ ਹੈ, ਇੰਗਲਿਸ਼ ਦੇ ਰੱਖੀ ਹੁੰਦੀ ਹੈ, ਹਿੰਦੀ ਵਾਲਿਆਂ ਨੂੰ ਤਾਂ ਅਲੱਗ-ਅਲੱਗ ਜਿਹੜਾ ਅਜੇ ਸਬਜੈਕਟ ਜਿਹੜੇ ਮੇਨ ਮਾਸਟਰੀ ਵਾਲੇ ਨਹੀਂ ਦਿੱਤੇ ਜਾਂਦੇ, ਹੈ ਨਾ, ਤਾਂ ਕਰਕੇ ਕੀ ਹੈਗਾ ਇਫੈਕਟਿਵ ਨਹੀਂ ਹੋਣਗੇ, ਉਹਨਾਂ ਦਾ ਟੀਚਿੰਗ ਮੈਥਡ ਵੀ ਉਹਨਾਂ ਨੂੰ ਨਹੀਂ ਪਤਾ ਹੋਊਗਾ, ਤਾਂ ਇਹਦੇ ਨਾਲ ਕੀ ਹੈਗਾ ਲੈਂਗੁਏਜ ਦੇ ਸਿੱਖਣ ਦੇ ਵਿੱਚ ਡਿਫੀਕਲਟੀਜ਼ ਜ਼ਰੂਰ ਆਉਣਗੀਆਂ। ਨੈਕਸਟ ਅਸੀਂ ਵੇਖਦੇ ਹਾਂ ਜੀ ਡਿਫੈਕਟ ਇਨ ਇਵੈਲਿਊਸ਼ਨ। ਹਾਂਜੀ, ਇਵੈਲਿਊਸ਼ਨ ਕਰਨ ਦੇ ਵਿੱਚ ਵੀ ਕਮੀਆਂ ਹੁੰਦੀਆਂ ਨੇ। ਇਹ ਨਹੀਂ ਹੈਗਾ ਕਿ ਸਾਨੂੰ ਮਤਲਬ ਸਾਰਿਆਂ ਨੂੰ ਇੱਕੋ ਹੀ ਆਧਾਰ 'ਤੇ ਇਵੈਲਿਊਟ ਕੀਤਾ ਜਾਂਦਾ ਗਾ, ਜਾਂ ਐਗਜ਼ਾਮਸ ਹੁੰਦੇ ਨੇ ਜਦ, ਤਾਂ ਉਸ ਟਾਈਮ ਵੀ ਕੀ ਹੈਗਾ ਟੀਚਰ ਪਾਰਸ਼ਲੀ ਕਰ ਜਾਂਦੇ ਨੇ, ਕਈ ਵਾਰ ਪਾਰਸ਼ੈਲਿਟੀ ਹੁੰਦੀ ਹੈਗੀ, ਹੈ ਨਾ, ਬੱਚਿਆਂ ਦੇ ਨਾਲ ਕਰ ਜਾਂਦੇ ਨੇ। ਤਾਂ ਕਈ ਜ਼ਿਆਦਾ ਇੰਟੈਲੀਜੈਂਟ ਸਟੂਡੈਂਟਸ ਹੁੰਦੇ ਨੇ ਜਿਹੜੇ ਨਾ ਬਰਾਈਟ ਸਟੂਡੈਂਟਸ ਹੁੰਦੇ ਨੇਗੇ, ਤਾਂ ਉਹਨਾਂ ਦਾ ਕੀ ਹੁੰਦਾ ਬਾਏ ਚਾਂਸ ਉਹਨਾਂ ਦੇ ਜ਼ਿਆਦਾ ਨੰਬਰ ਲੱਗ ਜਾਂਦੇ ਨੇ। ਜਿਹੜੇ ਥੋੜ੍ਹੇ ਜਿਹੇ ਨਲਾਇਕ ਹੁੰਦੇ ਨੇ ਤਾਂ ਉਹਨਾਂ ਨੂੰ ਮਤਲਬ ਜਦੋਂ ਕਲਾਸਰੂਮ ਦੇ ਵਿੱਚ ਟੀਚਰ ਦੇਖਦੇ ਨੇ ਤਾਂ ਹੋ ਸਕਦਾ ਕਿਤੇ ਨਾ ਕਿਤੇ ਉਹਨਾਂ ਨਾਲ ਪਾਰਸ਼ਲਿਟੀ ਕੀਤੀ ਜਾਵੇ ਕਿ ਜਾਂ ਫਿਰ ਕੀ ਹੁੰਦਾ ਗਾ ਘਰ ਦਾ ਮਾਹੌਲ ਵੀ ਇਹਦੇ ਵਿੱਚ ਕੰਮ ਕਰਦਾ। ਕਈ ਵਾਰ ਆਪਾਂ ਦੇਖਦੇ ਹਾਂ ਕਿ ਟੀਚਰ ਘਰ ਤੋਂ ਥੋੜ੍ਹਾ ਬਹੁਤਾ ਹੈ ਨਾ ਪਰੇਸ਼ਾਨੀ ਹੁੰਦੀ ਹੈਗੀ ਉਹਨਾਂ ਨੂੰ, ਤਾਂ ਉਹ ਕੀ ਹੈਗਾ ਆ ਕੇ ਜਦੋਂ ਮੰਨਦੇ ਤਾਂ ਪੇਪਰ ਦੇ ਵਿੱਚ ਜਦੋਂ ਬੱਚੇ ਨੂੰ ਜਾਂ ਕਿਤੇ ਵੀ ਇਵੈਲਿਊਏਟ ਕਰਨਾ ਗਾ ਤਾਂ ਉਹਦੇ ਵਿੱਚ ਵੀ ਥੋੜ੍ਹਾ ਬਹੁਤਾ ਪਾਰਸ਼ਲਿਟੀ ਹੋ ਜਾਂਦੀ ਹੈ। ਨੈਕਸਟ ਹੈ ਓਵਰ ਐਮਫੇਸਾਈਜ਼ ਔਨ ਗ੍ਰਾਮਰ। ਗ੍ਰਾਮਰ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਗ੍ਰਾਮਰ ਸਿਖਾਉਣ ਦੇ ਵਿੱਚ, ਠੀਕ ਹੈ। ਤਾਂ ਇਹ ਨਹੀਂ ਹੈਗਾ ਕਿ ਓਵਰਆਲ ਸਾਰੇ ਜਿੱਦਾਂ ਸਾਡੀ ਇੰਗਲਿਸ਼ ਹੈ ਤਾਂ ਇੰਗਲਿਸ਼ ਦੇ ਵਿੱਚ ਸਾਰਾ ਰਾਈਟਿੰਗ, ਰੀਡਿੰਗ, ਸਪੀਕਿੰਗ ਜੋ ਵੀ ਲੈ ਕੇ ਚੱਲਿਆ ਜਾਵੇ, ਬਟ ਜ਼ਿਆਦਾਤਰ ਵੀ ਟੈਕਸਟ ਬੁੱਕ ਹੋ ਗਿਆ, ਸਟੋਰੀ ਹੋ ਗਿਆ, ਪ੍ਰੋਜ਼ ਹੁੰਦੇ ਨੇਗੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸਿਖਾਉਣ ਦੀ ਬਜਾਏ ਜ਼ਿਆਦਾ ਕਿਸ ਚੀਜ਼ 'ਤੇ ਫੋਕਸ ਕੀਤਾ ਜਾਂਦਾ ਜੀ, ਗ੍ਰਾਮਰ 'ਤੇ ਫੋਕਸ ਕੀਤਾ ਜਾਂਦਾ ਹੈਗਾ। ਮਤਲਬ ਸਾਰੇ ਨੂੰ ਇੰਟੀਗ੍ਰੇਟ ਕਰਕੇ ਨਹੀਂ ਚੱਲਿਆ ਜਾਂਦਾ ਹੈਗਾ।
ਨੈਕਸਟ ਲੈਕ ਆਫ ਲੈਂਗੁਏਜ ਲੈਬੋਰੇਟਰੀ। ਲੈਂਗੁਏਜ ਲੈਬੋਰੇਟਰੀ ਦੀ ਕਮੀ ਹੁੰਦੀ ਹੈਗੀ, ਕਹਿੰਦੇ ਜਿਹੜੀ ਲੈਂਗੁਏਜ ਲੈਬ ਦੀ ਕਮੀ ਹੋਣ ਕਾਰਨ ਹੁਣ ਜਿੱਥੇ ਤਾਂ ਕਈ ਬੱਚਿਆਂ ਨੂੰ ਵਿਜ਼ੂਅਲ ਦਿੱਕਤ ਹੁੰਦੀਆਂ ਨੇ, ਕਈਆਂ ਨੂੰ ਹੀਅਰਿੰਗ ਪ੍ਰੋਬਲਮਸ ਹੁੰਦੀਆਂ ਨੇਗੀਆਂ, ਤਾਂ ਜਦੋਂ ਉਹ ਬੜੀਆਂ ਪ੍ਰੋਬਲਮਸ ਹੁੰਦੀਆਂ ਨੇਗੀਆਂ ਬੱਚਿਆਂ ਨੂੰ, ਜੇ ਉਹਨਾਂ ਨੂੰ ਕੋਈ ਸੁਣਨ ਸੰਬੰਧੀ ਦਿੱਕਤ ਆ, ਤਾਂ ਜੇ ਅਸੀਂ ਉਹਨਾਂ ਨੂੰ ਲੈਂਗੁਏਜ ਲੈਬ ਦੇ ਵਿੱਚ ਲੈ ਕੇ ਜਾਵਾਂਗੇ, ਉੱਥੇ ਕੋਈ ਦੇਖਣ ਵਾਲੀ ਹੈ ਨਾ ਮਤਲਬ ਵਿਜ਼ੂਅਲ ਏਡਸ ਦਿਖਾਵਾਂਗੇ, ਜਾਂ ਕੋਈ ਉਹਨਾਂ ਨੂੰ ਸੁਣਨ ਦੇ ਵਿੱਚ ਦਿੱਕਤ ਆ ਰਹੀ ਹੈ ਤਾਂ ਉਹਨਾਂ ਨੂੰ ਈਅਰਫੋਨ ਲਗਾ ਕੇ ਦੇਵਾਂਗੇ ਸੁਣਨ ਦੇ ਲਈ, ਹੈ ਨਾ। ਤਾਂ ਇਸ ਤਰ੍ਹਾਂ ਨਾਲ ਜਿਹੜੇ ਬੱਚਿਆਂ ਦੇ ਵਿੱਚ ਕਮੀਆਂ ਨੇਗੀਆਂ ਉਹਨਾਂ ਨੂੰ ਲੈਂਗੁਏਜ ਲੈਬ ਦੇ ਵਿੱਚ ਜਾ ਕੇ ਲਿੰਗੁਆਫੋਨ ਵਗੈਰਾ ਯੂਜ਼ ਕਰਦੇ ਆ, ਮਾਈਕਰੋਫੋਨ ਯੂਜ਼ ਕਰਦੇ, ਤਾਂ ਇਹਨਾਂ ਦੀ ਜਿਹੜਾ ਯੂਜ਼ ਕਰਨ ਦੇ ਨਾਲ ਉਹਨਾਂ ਦੀ ਕਮੀ ਦੂਰ ਕਰ ਸਕਦੇ ਆ। ਬਟ ਜਦੋਂ ਸਕੂਲਸ ਦੇ ਵਿੱਚ ਅੱਜ ਕੱਲ੍ਹ ਘੱਟ ਹੀ ਹੈਗੀਆਂ ਜਿਹੜੀਆਂ ਕਿ ਲੈਂਗੁਏਜ ਲੈਬਸ ਹੈਗੀਆਂ ਨੇ, ਤਾਂ ਇਹਨਾਂ ਲੈਂਗੁਏਜ ਲੈਬਸ ਦੀ ਕਮੀ ਹੋਣ ਕਾਰਨ ਕੀ ਹੈਗਾ, ਬੱਚੇ ਪਿੱਛੇ ਰਹਿ ਜਾਂਦੇ ਨੇ ਇੰਗਲਿਸ਼ ਦੇ ਵਿੱਚ, ਜਾਂ ਕੋਈ ਵੀ ਆਪਣੀ ਟਾਰਗੇਟ ਲੈਂਗੁਏਜ ਨੂੰ ਸਿੱਖਣ ਦੇ ਵਿੱਚ ਉਹਨਾਂ ਨੂੰ ਮੁਸ਼ਕਿਲ ਆਵੇਗੀ ਹੀ ਆਵੇਗੀ। ਨੈਕਸਟ ਹੈ ਟੀਚਿੰਗ ਥਰੂ ਟਰਾਂਸਲੇਸ਼ਨ। ਹਾਂਜੀ, ਜਿਸ ਤਰ੍ਹਾਂ ਅਸੀਂ ਟਰਾਂਸਲੇਸ਼ਨ ਦੇ ਥਰੂ ਉਹਨਾਂ ਨੂੰ ਸਿਖਾ ਰਹੇ ਹੁੰਦੇ ਹੈਗੇ, ਤਾਂ ਇਹ ਵੀ ਦਿੱਕਤ ਪੈਦਾ ਕਰੇਗੀ। ਕਿੱਥੇ ਤਾਂ ਹੁਣ ਕੀ ਹੈਗਾ, ਇੰਗਲਿਸ਼ ਅਸੀਂ ਨੇ ਸਿਖਾਉਣੀ ਆ, ਤਾਂ ਜੇ ਅਸੀਂ ਇਕੱਲੀ ਉਹ ਇੰਗਲਿਸ਼ ਲੈਂਗੁਏਜ ਟਾਰਗੇਟ ਲੈਂਗੁਏਜ ਜਿਹੜੀ ਵੀ ਸਿਖਾਉਣੀ ਹੈ, ਹਿੰਦੀ ਸਿਖਾ ਰਹੇ ਹਾਂ ਜਾਂ, ਤਾਂ ਅਸੀਂ ਜੇ ਉਹੀਓ ਲੈਂਗੁਏਜ ਯੂਜ਼ ਕਰਾਂਗੇ, ਬੱਚੇ ਤੋਂ ਵੀ ਉਹੀ ਲੈਂਗੁਏਜ ਯੂਜ਼ ਕਰਵਾਵਾਂਗੇ, ਤਾਂ ਇਹਦੇ ਨਾਲ ਕੀ ਹੈਗਾ, ਉਹ ਛੇਤੀ ਸਿੱਖਣਗੇ ਬੱਚੇ, ਹੈ ਨਾ। ਬਟ ਜਦੋਂ ਕੀ ਹੈਗਾ ਉਹਨੂੰ ਅਸੀਂ ਮਦਰ ਟੰਗ ਦੇ ਵਿੱਚ ਉਹਦੇ ਵਿੱਚ ਟਰਾਂਸਲੇਟ ਕਰਕੇ ਸਿਖਾ ਰਹੇ ਹਾਂ, ਤਾਂ ਜ਼ਿਆਦਾ ਪ੍ਰਭਾਵ ਕਿਸ ਚੀਜ਼ ਦਾ ਪੈ ਜਾਂਦਾ ਜੀ, ਮਦਰ ਟੰਗ ਦਾ ਜ਼ਿਆਦਾ ਪ੍ਰਭਾਵ ਪੈ ਜਾਂਦਾ। ਜਦ ਕਿ ਉਹਨੂੰ ਸਿਖਾਉਣੀ ਜਿਹੜੀ ਅਸੀਂ ਲੈਂਗੁਏਜ ਉਹਨੂੰ ਸਿਖਾਉਣ ਜਾ ਰਹੇ ਹਾਂ ਸੈਕੰਡ ਲੈਂਗੁਏਜ, ਜੇ ਅਸੀਂ ਸਿਰਫ ਉਹੀ ਯੂਜ਼ ਕਰਦੇ ਜਾਵਾਂਗੇ ਤਾਂ ਬੱਚਾ ਵੀ ਜ਼ਿਆਦਾ ਯੂਜ਼ ਕਰੂਗਾ ਉਹਨੂੰ, ਤਾਂ ਇਹ ਛੇਤੀ ਸਿੱਖ ਸਕੇਗਾ, ਹੈ ਨਾ। ਬਟ ਜਦੋਂ ਅਸੀਂ ਉਹਨੂੰ, ਜਿਵੇਂ ਕਿ ਕੋਈ ਸੈਂਟੈਂਸ ਹੈ, ਮੰਨਦੇ ਅਸੀਂ ਕੋਈ ਸਟੋਰੀ ਹੈ, ਠੀਕ ਹੈ, ਅਸੀਂ ਸਾਰੀ ਸਟੋਰੀ ਨੂੰ ਕਿਸ ਦੇ ਥਰੂ ਸਿਖਾਇਆ ਬੱਚੇ ਨੂੰ, ਟਰਾਂਸਲੇਸ਼ਨ ਦੇ ਥਰੂ ਸਿਖਾਇਆ ਗਾ, ਹੈ ਨਾ। ਦੇਅਰ ਵਾਜ਼ ਅ ਗ੍ਰੀਡੀ ਡੌਗ ਜੋ ਵੀ ਆ, ਤਾਂ ਉੱਥੇ ਇੱਕ ਲਾਲਚੀ ਕੁੱਤਾ ਸੀ, ਤਾਂ ਅਸੀਂ ਉਹਦੇ ਵਿੱਚ ਕੀ ਉਹ ਚੀਜ਼ ਸਿਖਾਈ ਆ, ਤਾਂ ਬੱਚੇ ਨੂੰ ਵੀ, ਜਾਂ ਫਿਰ ਜੇ ਉਹਨੂੰ ਇਕੱਲੀ ਇੰਗਲਿਸ਼ ਦੇ ਵਿੱਚ ਹੀ ਸਿਖਾਇਆ ਜਾ ਰਿਹਾ ਹੁੰਦਾ, ਇਹ ਚੀਜ਼ ਹੈ, ਇਹਨੂੰ ਅਸੀਂ ਟਰਾਂਸਲੇਟ ਕੀਤਾ ਉਹਦੀ ਮਦਰ ਟੰਗ ਦੇ ਵਿੱਚ, ਤਾਂ ਜ਼ਿਆਦਾ ਪ੍ਰਭਾਵ ਪੈ ਗਿਆ ਮਦਰ ਟੰਗ ਦਾ। ਬਟ ਜੇ ਉਹਨੂੰ ਅਸੀਂ ਜਿਹੜੀ ਲੈਂਗੁਏਜ ਅਸੀਂ ਸਿਖਾਉਣ ਜਾ ਰਹੇ ਹਾਂ ਅਸੀਂ ਉਹਦੇ ਵਿੱਚ ਹੀ ਜ਼ਿਆਦਾ ਤੋਂ ਜ਼ਿਆਦਾ ਬੋਲਾਂਗੇ, ਜ਼ਿਆਦਾ ਬੱਚੇ ਨੂੰ ਯੂਜ਼ ਕਰਨ ਦੇ ਮੌਕੇ ਦੇਵਾਂਗੇ, ਤਾਂ ਉਹ ਛੇਤੀ ਸਿੱਖੇਗਾ, ਠੀਕ ਹੈ। ਹਾਂਜੀ, ਇੱਕ ਵਾਰ ਇਹਨੂੰ ਰਿਵੀਜ਼ਨ ਕਰ ਲਿਆ, ਛੋਟਾ ਜਿਹਾ ਟੌਪਿਕ ਸੀ ਆਪਣਾ, ਉਹ ਡਾਈਵਰਸ ਕਲਾਸਰੂਮ ਵਾਲੇ ਦੇ ਨਾਲ ਰਿਲੇਟਡ ਸੀ ਇਹ ਟੌਪਿਕ। ਤਾਂ ਪਹਿਲਾਂ ਕੀ ਦੇਖਿਆ ਆਪਾਂ ਜੀ, ਲੈਕ ਆਫ ਪ੍ਰੋਪਰ ਏਮ। ਬੱਚੇ ਆ ਕੋਈ ਪ੍ਰੋਪਰ ਏਮ ਲੈ ਕੇ ਨਹੀਂ ਚੱਲਦੇ ਹੈਗੇ, ਠੀਕ ਹੈ, ਸਿੱਖਣ ਦਾ ਕੋਈ ਪ੍ਰੋਪਰ ਏਮ ਨਹੀਂ ਹੁੰਦਾ ਜਿਸ ਤਰ੍ਹਾਂ ਨਾਲ, ਤਾਂ ਉਹਦੇ ਵਿੱਚ ਵੀ ਡਿਫੀਕਲਟੀ ਆਵੇਗੀ ਸਿੱਖਣ ਦੇ ਵਿੱਚ ਵੀ। ਟੀਚਰ ਦਾ ਵੀ ਏਮ ਹੋਣਾ ਚਾਹੀਦਾ ਸਿਖਾਉਣ ਦਾ, ਜਸਟ ਇਹੀ ਨਹੀਂ ਹੈਗਾ ਕਿ ਐਗਜ਼ਾਮ ਕਲੀਅਰ ਕਰਨੇ ਨੇ, ਹੈ ਨਾ। ਏਮ ਦੇ ਵਿੱਚ ਇਹ ਨਹੀਂ ਆ ਜਾਂਦਾ ਕਿ ਪ੍ਰੋਪਰ ਏਮ ਦੇ ਵਿੱਚ ਕਿ ਐਗਜ਼ਾਮ ਕਲੀਅਰ ਕਰਨ ਦਾ ਏਮ ਹੋਣਾ ਚਾਹੀਦਾ, ਲਾਈਫ ਟਾਈਮ ਇੰਗਲਿਸ਼ ਕੰਮ ਆਵੇ ਉਹਨਾਂ ਦੇ, ਹੈ ਨਾ। ਜੇ ਲਾਈਫ ਲੌਂਗ ਪ੍ਰੋਸੈਸ ਲਾਈਫ ਟਾਈਮ ਸਿਖਾਉਣ ਲਈ ਅਸੀਂ ਉਹਨਾਂ ਨੂੰ ਸਿਖਾਉਣਾ ਸਾਡਾ ਏਮ ਹੋਣਾ ਚਾਹੀਦਾ ਗਾ। ਫਿਰ ਕੰਡੀਸ਼ਨ ਦੇਖੇ ਅਸੀਂ ਕਲਾਸਰੂਮਸ ਦੇ ਵਿੱਚ ਬਹੁਤ ਜ਼ਿਆਦਾ ਕਰਾਊਡਡ ਕਲਾਸਰੂਮਸ ਹੁੰਦੇ ਨੇਗੇ, ਜਿੱਥੇ ਉੱਥੇ ਵੀ ਇੰਡੀਵਿਜੂਅਲੀ ਅਟੈਂਸ਼ਨ ਨਹੀਂ ਪੇ ਕੀਤਾ ਜਾ ਸਕਦਾ ਹੈਗਾ ਟੀਚਰ ਦੁਆਰਾ। ਅਤੇ ਸ਼ਾਰਟੇਜ ਆਫ ਬਿਲਡਿੰਗਸ ਦੇ ਵਿੱਚ ਦੇਖਿਆ ਸੀ ਕਿ ਸਕੂਲ ਬਿਲਡਿੰਗਸ ਦੀ ਹੀ ਘਾਟ ਹੁੰਦੀ ਆ, ਫਰਨੀਚਰ ਦੀ ਘਾਟ ਹੁੰਦੀ ਆ, ਉੱਥੇ ਮਟੀਰੀਅਲ ਨਹੀਂ ਹੁੰਦਾ ਗਾ ਪੂਰਾ, ਹੈ ਨਾ, ਤਾਂ ਜਿਹਦੇ ਨਾਲ ਬੱਚਿਆਂ ਨੂੰ ਸਿੱਖਣ ਦੇ ਵਿੱਚ ਦਿੱਕਤ ਆਏਗੀ। ਨੈਕਸਟ ਅਸੀਂ ਵੇਖਿਆ ਸੀ ਜੀ ਪਲੇਸ ਆਫ ਇੰਗਲਿਸ਼ ਇਨ ਸਕੂਲ ਕਰੀਕੁਲਮ। ਸਕੂਲ ਦੇ ਕਰੀਕੁਲਮ ਦੇ ਵਿੱਚ ਇੰਗਲਿਸ਼ ਦੀ ਕੀ ਪਲੇਸ ਆ, ਠੀਕ ਆ। ਅੱਜ ਤੱਕ ਇਹ ਉਹ ਚੰਗੀ ਤਰ੍ਹਾਂ ਨਾਲ ਡਿਫਾਈਨ ਨਹੀਂ ਹੋ ਸਕਿਆ ਹੈਗਾ। ਅੱਗੇ ਵੇਖਿਆ ਸੀ ਯੂਜ਼ ਆਫ ਟ੍ਰੈਡੀਸ਼ਨਲ ਮੈਥਡ। ਟ੍ਰੈਡੀਸ਼ਨਲ ਮੈਥਡ ਦੇ ਵਿੱਚ ਦੇਖਿਆ ਕਿ ਅਸੀਂ ਨੇ ਕਿ ਗ੍ਰਾਮਰ ਟਰਾਂਸਲੇਸ਼ਨ ਮੈਥਡ ਚੱਲਦਾ ਰਹਿੰਦਾ, ਜਸਟ ਟਰਾਂਸਲੇਟ ਕਰਕੇ ਸਿਖਾਇਆ ਜਾ ਰਿਹਾ, ਜਾਂ ਉਹਨਾਂ ਨੂੰ ਸਿਰਫ ਰੂਲਸ ਦੇ ਉੱਪਰ ਹੀ ਰੱਟਾ ਮਰਵਾਇਆ ਜਾ ਰਿਹਾ ਹੈਗਾ। ਗ੍ਰਾਮਰ ਸੋ ਜੋ ਵੀ ਇੰਗਲਿਸ਼ ਹੈਗੀ ਉਹਨੂੰ ਯੂਜ਼ ਕਰਨ 'ਤੇ ਘੱਟ ਜ਼ੋਰ ਦਿੱਤਾ ਜਾਂਦਾ, ਜਦ ਕਿ ਰੋਡ ਲਰਨਿੰਗ ਇਹਦੇ ਵਿੱਚ ਜ਼ਿਆਦਾ ਆ ਜਾਂਦੀ ਹੈ। ਫਿਰ ਅਸੀਂ ਦੇਖਦੇ ਹਾਂ ਲੋ ਸਟੈਂਡਰਡ ਆਫ ਟੈਕਸਟ ਬੁੱਕ। ਟੈਕਸਟ ਬੁੱਕਸ ਦਾ ਸਟੈਂਡਰਡ ਲੋ ਹੁੰਦਾ, ਬੱਚੇ ਦੇ ਲੈਵਲ ਦੇ ਅਕੋਰਡਿੰਗ ਨਹੀਂ ਹੁੰਦਾ। ਬੱਚੇ ਨੂੰ ਅਸੀਂ ਕਹਿ ਰਹੇ ਹਾਂ ਜਿੱਦਾਂ ਕਹਿੰਦੇ ਹੁੰਦੇ ਕਿ ਚਾਈਲਡ ਸੈਂਟਰਡ ਹੋਣਾ ਚਾਹੀਦਾ, ਤਾਂ ਉਸ ਲੈਵਲ ਦੇ ਅਕੋਰਡਿੰਗ ਨਹੀਂ ਹੁੰਦਾ ਗਾ। ਫਿਰ ਅਸੀਂ ਦੇਖਿਆ ਜੀ ਲੈਸ ਯੂਜ਼ ਆਫ ਆਡੀਓ ਵਿਜ਼ੂਅਲ ਏਡਸ। ਜਿਹੜੇ ਆਡੀਓ ਵਿਜ਼ੂਅਲ ਏਡਸ ਵੱਧ ਤੋਂ ਵੱਧ ਯੂਜ਼ ਕੀਤੇ ਜਾਣੇ ਚਾਹੀਦੇ ਨੇ ਲੈਂਗੁਏਜ ਲੈਬ ਵਗੈਰਾ ਦੇ ਵਿੱਚ ਜਾ ਕੇ, ਹੈ ਨਾ। ਤਾਂ ਉਹ ਕੀ ਹੈਗਾ, ਉਹਨਾਂ ਚੀਜ਼ਾਂ ਦੀ ਕਮੀ ਹੁੰਦੀ ਹੈਗੀ ਜਿਹੜੀ, ਤਾਂ ਉਹ ਘੱਟ ਯੂਜ਼ ਕੀਤੇ ਜਾਂਦੇ ਨੇ, ਜਿਹਦੇ ਨਾਲ ਬੱਚੇ ਨੂੰ ਸਿੱਖਣ ਦੇ ਵਿੱਚ ਕਮੀ ਮਹਿਸੂਸ ਹੋਵੇਗੀ। ਹਾਂਜੀ, ਅੱਗੇ ਲੈਕ ਆਫ ਇਫੈਕਟਿਵ ਟੀਚਰਸ। ਇਫੈਕਟਿਵ ਟੀਚਰਸ ਦੀ ਵੀ ਘਾਟ ਹੁੰਦੀ ਹੈਗੀ, ਤਾਂ ਜੇ ਟੀਚਰ ਦਾ ਆਪਣਾ ਹੀ ਟੀਚਿੰਗ ਮੈਥਡ ਸਹੀ ਨਹੀਂ ਹੈਗਾ ਗਾ, ਹੈ ਨਾ, ਤਾਂ ਕੀ ਹੈਗਾ ਉਹਦੇ ਨਾਲ ਬੱਚਿਆਂ ਨੂੰ ਵੀ ਉਹ ਨਹੀਂ ਸਿਖਾ ਪਾਵੇਗਾ। ਫਿਰ ਅਸੀਂ ਦੇਖਿਆ ਜੀ ਡਿਫੈਕਟ ਇਨ ਇਵੈਲਿਊਸ਼ਨ। ਇਵੈਲਿਊਸ਼ਨ ਦੇ ਵਿੱਚ ਵੀ ਕਮੀਆਂ ਮਹਿਸੂਸ ਕਰਾਈਆਂ ਜਾਂਦੀਆਂ ਨੇਗੀਆਂ ਕਿ ਕਮੀਆਂ ਹੁੰਦੀਆਂ ਨੇ, ਕਈਆਂ ਦੇ ਜ਼ਿਆਦਾ ਮਾਰਕਸ ਲਗਾ ਦਿੱਤੇ, ਪਾਰਸ਼ੈਲਿਟੀ ਕੀਤੀ ਜਾਂਦੀ ਹੈਗੀ। ਅੱਗੇ ਜੀ ਓਵਰ ਐਮਫੇਸਿਸ ਔਨ ਗ੍ਰਾਮਰ। ਗ੍ਰਾਮਰ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਜਾਂਦਾ, ਬਾਕੀ ਸਕਿੱਲਸ ਨੂੰ ਨਹੀਂ ਇੰਨੀ ਜ਼ਿਆਦਾ ਪ੍ਰੈਫਰ ਦਿੱਤੀ ਜਾਂਦੀ। ਫਿਰ ਅਸੀਂ ਦੇਖਿਆ ਜੀ ਲੈਕ ਆਫ ਲੈਂਗੁਏਜ ਲੈਬੋਰੇਟਰੀ। ਲੈਂਗੁਏਜ ਲੈਬ ਹੁੰਦੇ ਜਿਹੜੀ ਉਹਦੀ ਕਮੀ ਹੋਣ ਕਾਰਨ ਵੀ ਬੱਚਿਆਂ ਨੂੰ ਇੰਗਲਿਸ਼ ਸਿੱਖਣ ਦੇ ਵਿੱਚ ਦਿੱਕਤ ਆਉਂਦੀ ਹੈ। ਫਿਰ ਅਸੀਂ ਦੇਖਦੇ ਸੀ ਟੀਚਿੰਗ ਥਰੂ ਟਰਾਂਸਲੇਸ਼ਨ। ਬੱਚਿਆਂ ਨੂੰ
ਜੋ ਵੀ ਅਸੀਂ ਟਾਰਗੇਟ ਲੈਂਗੁਏਜ ਸਿਖਾਉਣੀ ਆ ਉਹਦੇ ਵਿੱਚ ਇਕੱਲਾ ਸਿਖਾਉਣ ਦੀ ਬਜਾਏ ਅਸੀਂ ਕੀ ਉਹਨੂੰ ਉਹਦੀ ਮਦਰ ਟੰਗ ਦੇ ਵਿੱਚ ਟਰਾਂਸਲੇਟ ਕਰਕੇ ਸਿਖਾ ਰਹੇ ਹੁੰਦੇ ਆ। ਤਾਂ ਜਦੋਂ ਮਦਰ ਟੰਗ ਦੇ ਵਿੱਚ ਟਰਾਂਸਲੇਟ ਕਰਕੇ ਸਿਖਾਇਆ ਜਾ ਰਿਹਾ, ਇਹ ਵੀ ਕਿਤੇ ਨਾ ਕਿਤੇ ਇੱਕ ਕਮੀ ਮਹਿਸੂਸ ਕੀਤੀ ਜਾਂਦੀ ਆ ਕਿ ਬੱਚੇ ਨੂੰ ਇੰਗਲਿਸ਼ ਸਿੱਖਣ ਦੇ ਵਿੱਚ ਦਿੱਕਤ ਆਉਂਦੀ ਹੈਗੀ। ਓਕੇ, ਠੀਕ ਹੈ ਜੀ, ਥੈਂਕ ਯੂ। ਆਪਣਾ ਛੋਟਾ ਜਿਹਾ ਟੌਪਿਕ ਸੀ ਅੱਜ ਖਤਮ ਹੋਇਆ। ਥੈਂਕ ਯੂ।